ਅੱਜ ਦਾ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਰਾਗ ਗੌੜੀ ਪੂਰਬੀ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 337 ਦੇ ਉੱਪਰ ਸ਼ੋਭਾਇਮਾਨ ਹੈ। ਅੱਜ ਦੇ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਬਖਸ਼ਿਸ਼ ਕਰ ਰਹੇ ਹਨ ਰਮਈਆ ਗੁਣ ਗਾਈਐ। ਕਹਿੰਦੇ ਉਸ ਰਮੇ ਹੋਏ ਪਰਮਾਤਮਾ ਦੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਆ ਕਰ। ਜਾਤੇ ਪਾਈਐ ਪਰਮ ਨਿਧਾਨ। ਜਿਸ ਪਰਮਾਤਮਾ ਦੇ ਗੁਣ ਗਾਉਣ ਤੇ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਤੇ, ਜਿਸ ਪਰਮਾਤਮਾ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਦੇ ਨਾਲ ਪਾਈਐ ਪਰਮ ਨਿਧਾਨ। ਨਿਧਾਨ ਹੁੰਦਾ ਖਜ਼ਾਨਾ, ਪਰਮ ਮੈਨੇ ਸਭ ਤੋਂ ਉੱਚਾ। ਕਹਿੰਦੇ ਦੁਨੀਆ ਦਾ ਉਹ ਖਜ਼ਾਨਾ ਜਿਸ ਖਜ਼ਾਨੇ ਦੇ ਬਰਾਬਰ ਦੁਨੀਆ ਦੀ ਕੋਈ ਹੋਰ ਧਨ ਦੌਲਤ ਖਜ਼ਾਨਾ ਆ ਹੀ ਨਹੀਂ ਸਕਦਾ, ਉਹਦੀ ਤੈਨੂੰ ਪ੍ਰਾਪਤੀ ਹੋ ਜਾਏਗੀ। ਭਾਵ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦਾ ਜਿਹੜਾ ਖਜ਼ਾਨਾ ਹੈ ਉਹ ਤੈਨੂੰ ਮਿਲ ਜਾਏਗਾ। ਜਦੋਂ ਉਹ ਖਜ਼ਾਨਾ ਤੈਨੂੰ ਮਿਲੇਗਾ ਤੇ ਤੇਰੀ ਆਪਣੀ ਜਿਹੜੀ ਮੱਤ ਹੈ, ਜਿਹੜੀ ਤੇਰੀ ਅਵਸਥਾ ਹੈ, ਜਿਹੜੀ ਤੇਰੀ ਗਤ ਹੈ, ਜਿਹਨੂੰ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਕਹਿੰਦੇ ਆ ਮੰਨੇ ਕੀ ਗਤ ਕਹੀ ਨਾ ਜਾਏ, ਉਹ ਅਵਸਥਾ ਪ੍ਰਾਪਤ ਹੋ ਜਾਏਗੀ ਜਿਸ ਦਿਨ ਤੂੰ ਉਸ ਰਮੇ ਹੋਏ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਆਰੰਭ ਕਰ ਦਿੱਤਾ, ਉਸ ਪਰਮਾਤਮਾ ਦੇ ਗੁਣਾਂ ਨੂੰ ਜ਼ਿੰਦਗੀ 'ਚ ਧਾਰਨ ਕਰਕੇ ਉਹਦੇ ਮੁਤਾਬਕ ਚੱਲਣਾ ਆਰੰਭ ਕਰ ਦਿੱਤਾ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਵਿੱਚ ਇਹ ਵੀ ਲਿਖਿਆ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਜਿਸ ਦਿਨ ਮੈਂ ਆਪਣੇ ਇਸ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਵੇਖਿਆ, ਭਾਵ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਸਿਧਾਂਤ ਨੂੰ, ਪੋਥੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕੀਤਾ, ਪੜ੍ਹਿਆ, ਸਮਝਿਆ, ਵਿਚਾਰਿਆ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਦੋਂ ਮੈਂ ਇਸ ਖਜ਼ਾਨੇ ਨੂੰ ਖੋਲ ਕੇ ਵੇਖਿਆ, ਜਦੋਂ ਇਹਨੂੰ ਪੜ੍ਹਿਆ, ਜਦੋਂ ਇਹਨੂੰ ਸਮਝਿਆ, ਵਿਚਾਰਿਆ, ਤੇ ਅੱਗੇ ਕੀ ਕਹਿਣ ਲੱਗੇ, ਤਾਂ ਮੇਰਾ ਮਨ ਭਇਆ ਨਿਧਾਨਾ। ਮੇਰਾ ਮਨ ਨਿਧਾਨ ਹੋ ਗਿਆ, ਆਨੰਦ ਦੇ ਵਿੱਚ ਆ ਗਿਆ, ਖੁਸ਼ੀ ਦੇ ਵਿੱਚ ਆ ਗਿਆ, ਖੇੜੇ ਦੇ ਵਿੱਚ ਆ ਗਿਆ। ਕਿਉਂਕਿ ਕਹਿੰਦੇ ਰਤਨ ਲਾਲ ਜਾਕਾ ਕਛੂ ਨਾ ਮੋਲ। ਦੁਨੀਆ ਦੇ ਲੋਕ ਕਹਿੰਦੇ ਨੇ ਚਾਂਦੀ ਬੜੀ ਮਹਿੰਗੀ ਹੈ, ਸੋਨਾ ਬੜਾ ਮਹਿੰਗਾ ਹੈ, ਮੋਤੀ ਹੀਰੇ ਜਵਾਹਰ ਮਾਨਕ ਲਾਲ ਰਤਨ ਇਹਨਾਂ ਦੀ ਕੀਮਤ ਹੀ ਕੋਈ ਨਹੀਂ, ਇਹ ਇੰਨੇ ਜ਼ਿਆਦਾ ਮਹਿੰਗੇ ਨੇ। ਕਹਿੰਦੇ ਜਦੋਂ ਮੈਂ ਆਪਣੇ ਗੁਰੂ ਸਾਹਿਬ ਦੇ ਇਸ ਪਾਵਨ ਖਜ਼ਾਨੇ ਨੂੰ ਖੋਲ ਕੇ ਵੇਖਿਆ ਨਾ, ਇਸ ਖਜ਼ਾਨੇ ਦੇ ਵਿੱਚੋਂ ਮੈਨੂੰ ਉਹ ਰਤਨ ਤੇ ਲਾਲ ਪ੍ਰਾਪਤ ਹੋ ਗਏ। ਰਤਨ ਲਾਲ ਜਾਕਾ ਕਛੂ ਨਾ ਮੋਲ, ਜਿਹਦਾ ਕੋਈ ਮੁੱਲ ਹੀ ਨਹੀਂ ਹੈ, ਜਿਹਦੀ ਕੋਈ ਕੀਮਤ ਹੀ ਨਹੀਂ ਹੈ। ਹੁਣ ਅੱਗੇ ਪਾਤਸ਼ਾਹ ਕਹਿਣ ਲੱਗੇ ਰਤਨ ਲਾਲ ਜਾਕਾ ਕਛੂ ਨਾ ਮੋਲ, ਤੇ ਇੱਕ ਅੱਧਾ ਨਹੀਂ ਮਿਲਿਆ। ਕਹਿੰਦੇ ਭਰੇ ਭੰਡਾਰ ਅਖੂਟ ਅਤੋਲ। ਭਾਵ ਇੰਨੇ ਕੁ ਰਤਨ ਪਏ ਨੇ, ਇੰਨੇ ਕੁ ਮਹਿੰਗੇ ਲਾਲ ਪਏ ਨੇ ਕਿ ਅਤੋਟੀ ਨਹੀਂ ਆ ਰਹੀ, ਕੋਈ ਤੋਟ ਹੀ ਨਹੀਂ ਆ ਰਹੀ। ਜਿਹਨੂੰ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਵੀ ਲਿਖਿਆ, ਗੁਰਮੁਖੋ ਜਿਨ੍ਹਾਂ ਨੂੰ ਕੰਠ ਕਰਿਆ ਕਰੋ ਕਿਰਪਾ ਨਾਲ ਨਾਲ, ਮੱਤ ਵਿੱਚ ਰਤਨ ਜਵਾਹਰ ਮਾਨਕ। ਸਾਰੇ ਪੜੋ, ਮੱਤ ਵਿੱਚ ਰਤਨ ਜਵਾਹਰ ਮਾਨਕ। ਕਹਿੰਦੇ ਸਾਡੀ ਮੱਤ ਦੇ ਵਿੱਚ ਵੀ ਉਹ ਜਵਾਹਰ ਮਾਨਕ ਪਏ ਹੋਏ ਨੇ, ਰਤਨ ਲਾਲ ਅਮੁੱਲ ਵਸਤੂਆਂ ਪਈਆਂ ਹੋਈਆਂ ਨੇ, ਪਰ ਉਹ ਪ੍ਰਗਟ ਕਦੋਂ ਹੋਣਗੀਆਂ, ਉਹ ਸਾਹਮਣੇ ਕਦੋਂ ਆਉਣਗੀਆਂ,
जे मत विच रतन जवाहर मानक, जे एक गुर की सिख सुनी। जिस दिन गुरु की सिक्ख्या नूं सुन के अपने हिरदे दे अंदर वसा लिया, तेरी सुरत दे विच पए होए वो रतन जवाहर मानक प्रगट हो पैणगे। भाव तेरे अंदर भी इन्ने इन्ने महंगे ख्याल पे है, तेरी सुरत दे अंदर भी इन्ना महंगा ज्ञान पिया प्यारे। जिस दिन गुरु की सिक्ख्या नूं एक वारी अपने अंदर लै गया, तेरे वो ख्याल जदों प्रगट होणगे, तेरी भी वो अवस्था बन जाएगी कि मन्ने की गत कही ना जाए। जिवें दुनियावी उदाहरण के तौर पर गुरमुख प्यारिओ, धरती दे विच पानी अथाह है, बेअंत है, पानी की कोई गिणती मिणती नहीं। पर उस पानी दे विच जदों आपां बोर कर दिंदे आ ना, बोर करन तो बाद भी उन्ना समा पानी बाहर नहीं निकलदा जिन्ना समा बाहरों एक वारी उहदे विच पानी ना पाया जाए। हुण पानी ते धरती विच बड़ा पिया, पर कड्ढण दे लई बाहरों एक वारी उहदे अंदर पानी पाउणा जरूर पैंदा है। गुरमुख प्यारिओ, साडी सुरत दे अंदर, मनुख दे अंदर ही वो सब कुछ पिया है, जिस नूं लभण दे लई बंदा थां थां ते भटकदा फिरदा है। बंदा घर बार भी छड्ड दिंदा है, परिवार भी त्याग दिंदा है, खाना पीना भी त्याग दिंदा है, इत्थों तक कि अपने शरीर नूं बेअंत कष्ट भी दे दिंदा है। गुरमुख प्यारिओ, एक कुछ भी सानू करन दी लोड़ नहीं, बस सुरत करके गुरु साहब दी पावन सिक्ख्या नूं अपने जीवन दे विच लैके आइए। जिस दिन वो सिक्ख्या अपने जीवन दे विच लैके आवांगे ते पातशाह कहंदे मत विच रतन जवाहर मानक, जे एक गुर की सिख सुनी, वो प्रगट हो पैणगे। रतन लाल जाका कशू ना मोल, भरे भंडार अखूट अतोल। ते अगे पातशाह कहंदे ऐ मेरे धीओ पुत्रो, कहंदे खावें, करो सारी कृपा पढ़िया करो, खावें खर्चें रल मिल भाई। कहंदे तुसी इस महान खजाने नूं ना रल मिल के छकिया करो। जिवें हुण आपां सारा एक परिवार बैठे हैं, गुरु गोबिंद सिंह पातशाह, आपां सारा परिवार बैठ के इस खजाने नूं हुण छक रहे हैं। गुरबाणी दी विचार करना, गुरबाणी नूं पढ़ना, गुरबाणी नूं समझ लेना, इउं कह लो भी गुरु साहब दे उस खजाने नूं आपां छक रहे हैं। खावें ते इस तो अगे की करना है, जो आपां गुरु साहब दी पावन बाणी विचों छकिया ते ओनू अगे जाके खर्चना है। भाव अपने परिवार दे मैंबरां दे नाल साझा करना है, अपने आंढ गुआंढ दे नाल, अपने रिश्तेदारां दे नाल। भाव असीं आप भी ज्ञानवान होइए ते दूजिआं नूं भी ज्ञानवान करिए। खावें खर्चें रल मिल भाई। गुरु पातशाह कहंदे रल मिल के इस खजाने नूं छको, कहंदे टोट ना आवे। सारी कृपा करियो, टोट ना आवे वध दो जाई। एक खजाने दी कदे टोट नहीं आवेगी, संगां दी हर रोज वधदा जाएगा। ਜਦੋਂ ਤੂੰ ਕਿਸੇ ਦੂਜੇ ਭੈਣ ਭਰਾ ਨਾਲ ਇਹ ਰਲ ਮਿਲ ਕੇ ਖਜ਼ਾਨਾ ਛਕੇਗਾ ਨਾ, ਤੇ ਗਿਆਨ ਵਿੱਚ ਬੜਾ ਵਾਧਾ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਰਾਤ ਨੂੰ ਹਰ ਰੋਜ਼ ਸ਼ਾਮ ਨੂੰ ਇੱਥੇ ਨੌਜਵਾਨਾਂ ਨੂੰ ਸੰਥਿਆ ਦਿੱਤੀ ਜਾਂਦੀ ਹੈ ਗੁਰਬਾਣੀ ਦੀ। ਸੱਚ ਜਾਣਿਓ, ਜਦੋਂ ਗੁਰਬਾਣੀ ਦੀ ਸੰਥਿਆ ਨੌਜਵਾਨਾਂ ਨੂੰ ਦਿੰਦੇ ਆ ਨਾ, ਤੇ ਗੁਰਮੁਖ ਪਿਆਰਿਓ, ਉਹਦੇ ਵਿੱਚ ਇਦਾਂ ਦੀਆਂ ਕਮਾਲ ਦੀਆਂ ਗੱਲਾਂ ਆਪ ਨੂੰ ਸਿੱਖਣ ਵਾਸਤੇ ਮਿਲਦੀਆਂ ਕਿ ਜਦੋਂ ਉਹ ਕੋਈ ਗੁਰਬਾਣੀ ਦੀ ਪੰਗਤੀ ਪੜ੍ਹਦੇ ਆ ਜਾਂ ਕੋਈ ਨਵੀਂ ਗੱਲ ਸਿੱਖਣ ਨੂੰ ਮਿਲਦੀ ਹੈ, ਤੇ ਅੰਦਰ ਇੱਕ ਵੱਖਰਾ ਹੀ ਖੇੜਾ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਦੀਆਂ ਇੰਨੀਆਂ ਬਖਸ਼ਿਸ਼ਾਂ ਨੇ, ਗੁਰੂ ਸਾਹਿਬ ਦੀਆਂ ਇੰਨੀਆਂ ਰਹਿਮਤਾਂ ਨੇ। ਗੁਰੂ ਸਾਹਿਬ ਨੇ ਸਾਨੂੰ ਜੀਵਨ ਵਿੱਚ ਜੇ ਅਸੀਂ ਇਦਾਂ ਦੇ ਕਰਮ ਨਾ ਕੀਤੇ, ਗੁਰੂ ਦੇ ਮੁਤਾਬਕ ਜ਼ਿੰਦਗੀ ਨਾ ਜਿਉਈ, ਤੇ ਸਾਡਾ ਗੁਰੂ ਸਾਹਮਣੇ ਕਿਰਦਾਰ ਕੀ ਹੈ, ਜਦੋਂ ਉਹ ਅਸੀਂ ਗੁਰਮੁਖ ਪਿਆਰਿਓ ਪੜਾਂਗੇ ਸਮਝਾਂਗੇ ਨਾ, ਤੇ ਇੱਕ ਆਨੰਦ ਹੀ ਵੱਖਰਾ ਬਣ ਜਾਂਦਾ। ਇਸ ਕਰਕੇ ਗੁਰੂ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਰਮਈਆ ਗੁਣ ਗਾਈਐ ਜਾਤੇ ਪਾਈਐ ਪਰਮ ਨਿਧਾਨ। ਉਸ ਪ੍ਰਮਾਤਮਾ ਦੇ ਗੁਣ ਗਾਇਆ ਕਰ ਮਿੱਤਰ ਪਿਆਰੇ, ਜਿਹਦੇ ਨਾਲ ਤੇਰੀ ਅੰਦਰਲੀ ਅਵਸਥਾ, ਤੇਰੇ ਖਿਆਲ, ਤੇਰੇ ਵਿਚਾਰ ਬੜੇ ਉੱਚੇ ਹੋ ਜਾਣ। ਤੇ ਨਾਲ ਨਾਲ ਗੁਰੂ ਸਾਹਿਬ ਨੇ ਆਪਣੀ ਪਾਵਨ ਬਾਣੀ ਵਿੱਚ ਇਹ ਵੀ ਲਿਖਿਆ ਕਿ ਜਦੋਂ ਜਿਵੇਂ ਜਿਵੇਂ ਤੁਸੀਂ ਪ੍ਰਮਾਤਮਾ ਦੇ ਗੁਣ ਗਾਓਗੇ, ਉਵੇਂ ਉਵੇਂ ਅੰਦਰ ਦੀ ਮੈਲ ਖਤਮ ਹੁੰਦੀ ਜਾਊਗੀ। ਆਓ ਇੱਕ ਵਾਰੀ ਸਾਰੇ ਰਲ ਕੇ ਪੜ੍ਹੀਏ, ਕੋਈ ਰਸਨਾ ਵਾਂਝੀ ਨਾ ਰਹੇ।
ਗੁਣ ਗਾਵਤ ਤੇਰੀ ਉਤਰਸ ਮੈਲ, ਗੁਣ ਗਾਵਤ ਤੇਰੀ ਉਤਰਸ ਮੈਲ, ਗੁਣ ਗਾਵਤ। ਵਾਹ ਵਾਹ, ਸਾਰੇ ਪੜੋ ਕਿਰਪਾ ਕਰਕੇ, ਕੋਈ ਰਸਨਾ ਵਾਂਝੀ ਨਾ ਰਹੇ। ਗੁਣ ਗਾਵਤ ਤੇਰੀ ਉਤਰਸ ਮੈਲ, ਗੁਣ ਗਾਵਤ ਤੇਰੀ ਉਤਰਸ ਮੈਲ, ਗੁਣ ਗਾਵਤ ਤੇਰੀ। ਜਿਵੇਂ ਜਿਵੇਂ ਉਸ ਰਵੇਂ ਹੋਏ ਪ੍ਰਮਾਤਮਾ ਦੇ ਗੁਣ ਗਾਏਗਾ ਨਾ, ਤੇਰੇ ਅੰਦਰ ਪਈ ਹੋਈ ਵਕਾਰਾਂ ਦੀ, ਹਉਮੈ ਦੀ, ਹੰਕਾਰ ਦੀ ਜਿਹੜੀ ਮੈਲ ਹੈ ਉਹ ਲੱਥਦੀ ਜਾਏਗੀ। ਜਿਵੇਂ ਜਿਵੇਂ ਮੈਲ ਲੱਥਦੀ ਜਾਏਗੀ, ਉਵੇਂ ਉਵੇਂ ਗੁਰੂ ਸਾਹਿਬ ਦੇ ਨੇੜੇ ਹੁੰਦਾ ਜਾਏਗਾ ਤੇ ਤੇਰੀ ਅਵਸਥਾ ਉੱਪਰ ਹੁੰਦੀ ਜਾਏਗੀ। ਅੱਗੇ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਸੁਰਗ ਬਾਸ ਨਾ ਬਾਛੀਐ, ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨ ਹੈ ਨਾ ਕੀਜੈ ਆਸ। ਕਹਿੰਦੇ ਜਦੋਂ ਤੂੰ ਪ੍ਰਮਾਤਮਾ ਦੇ ਗੁਣ ਗਾਉਣੇ ਨੇ ਨਾ, ਧਿਆਨ ਕਰਕੇ ਸੁਣਿਓ ਗੁਰਮੁਖ ਪਿਆਰਿਓ, ਜਦੋਂ ਕਹਿੰਦੇ ਉਸ ਅਕਾਲ ਪੁਰਖ ਦੇ ਗੁਣ ਗਾਵੇਂਗਾ ਨਾ, ਜਦੋਂ ਉਹਦੀ ਬੰਦਗੀ ਕਰੇਗਾ, ਆਪਣੇ ਮਨ ਵਿੱਚ ਰੰਚਕ ਮਾਤਰ ਵੀ ਇਹ ਖਿਆਲ ਨਹੀਂ ਲੈ ਕੇ ਆਉਣਾ, ਆਪਣੀ ਸੁਰਤ ਅੰਦਰ ਕਦੇ ਵੀ ਇਹ ਖਿਆਲ ਨਾ ਲੈ ਕੇ ਆਈ ਕਿ ਮੈਨੂੰ ਪਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਸਵਰਗ ਮਿਲ ਜਾਏਗਾ। ਜਾਂ ਤੂੰ ਅੰਦਰ ਲਾਲਚ ਨਾ ਰੱਖੀ ਇਸ ਗੱਲ ਦਾ ਕਿ ਮੈਂ ਪਰਮਾਤਮਾ ਦੀ ਬੰਦਗੀ ਵੱਧ ਤੋਂ ਵੱਧ ਕਰਾਂ ਕਿ ਮੈਨੂੰ ਸਵਰਗ ਦੀ ਪ੍ਰਾਪਤੀ ਹੋ ਜਾਏਗੀ, ਇਹ ਖਿਆਲ ਨਾ ਰੱਖੀ। ਤੇ ਨਾ ਹੀ ਕਹਿੰਦੇ ਪਰਮਾਤਮਾ ਦਾ ਨਾਮ ਜਪਦਿਆਂ, ਗੁਰੂ ਦੇ ਦੱਸੇ ਦੇ ਰਸਤੇ ਤੇ ਚੱਲਦਿਆਂ ਹੋਇਆਂ ਇਸ ਗੱਲ ਤੋਂ ਡਰਨਾ ਕਿਤੇ ਮੈਂ ਨਰਕਾਂ ਦਾ ਭਾਗੀ ਨਾ ਬਣ ਜਾਵਾਂ। ਭਾਵ ਆਪਣੇ ਹਿਰਦੇ ਦੇ ਅੰਦਰ, ਆਪਣੇ ਮਨ ਦੇ ਅੰਦਰ ਨਾ ਤੇ ਨਰਕ ਦਾ ਡਰ ਰੱਖਣਾ ਤੇ ਨਾ ਹੀ ਸਵਰਗ ਦਾ ਲਾਲਚ ਰੱਖਣਾ ਹੈ। ਗੁਰੂ ਸਾਹਿਬ ਕਹਿਣ ਲੱਗੇ, ਸੁਰਗ ਬਾਸ ਨਾ ਬਾਛੀਐ, ਡਰੀਐ ਨਾ ਨਰਕ ਨਿਵਾਸ, ਨਾ ਨਰਕ ਤੋਂ ਡਰਨਾ ਤੇ ਨਾ ਹੀ ਸਵਰਗਾਂ ਦਾ ਲਾਲਚ ਰੱਖਣਾ। ਗੁਰਮੁਖ ਪਿਆਰਿਓ ਕਹਿਣ ਲੱਗੇ, ਹੋਣਾ ਹੈ ਸੋ ਹੋਈ ਹੈ, ਮਨ ਹੈ ਨਾ ਕੀਜੈ ਆਸ। ਉਸ ਪਰਮਾਤਮਾ ਦੀ ਰਜ਼ਾ ਵਿੱਚ ਚੱਲਦਾ ਜਾਈ, ਜੋ ਗੁਰੂ ਨੂੰ ਭਾਉਂਦਾ ਤੇਰੇ ਲਈ ਉਹ ਭਲਾ ਹੀ ਹੋਏਗਾ, ਫਾਇਦਾ ਹੀ ਹੋਏਗਾ। ਗੁਰੂ ਦੇ ਕੀਤੇ ਹੋਏ ਤੇ ਕਦੇ ਵੀ ਸ਼ੱਕ ਨਾ ਕਰੀ, ਸ਼ੱਕ ਨਾ ਕਰੀ ਗੁਰੂ ਦੇ ਕੀਤੇ ਤੇ। ਇਸੇ ਕਰਕੇ ਭਗਤ ਕਬੀਰ ਸਾਹਿਬ ਨੇ ਆਪਣੀ ਪਾਵਨ ਬਾਣੀ ਵਿੱਚ ਇੱਥੋਂ ਤੱਕ ਲਿਖ ਦਿੱਤਾ, ਕਹਿੰਦੇ ਕਵਨ ਨਰਕ ਕਿਆ ਸੁਰਗ ਵਿਚਾਰਾ। ਇਹ ਵੀ ਪੜੋ ਇੱਕ ਵਾਰੀ ਸਾਰੇ ਰਲ ਕੇ, ਕਵਨ ਨਰਕ ਕਿਆ ਸੁਰਗ ਵਿਚਾਰਾ, ਕਵਨ ਨਰਕ ਕਿਆ ਬਨਸੋ। ਵਾਹਿਗੁਰੂ, ਕਵਨ ਨਰਕ ਕਿਆ ਸੁਰਗ ਵਿਚਾਰਾ, ਕਵਨ ਨਰਕ ਕਿਆ ਸੁਰਗ ਵਿਚਾਰਾ, ਕਵਨ। ਸੰਤਨ ਦੂਰਾ ਦੇ, ਸੰਤਨ ਦੂਰਾ ਦੇ, ਸੰਤਨ। ਵਾਹ ਵਾਹ, ਸਾਰੇ ਕਿਰਪਾ ਕਰੋ, ਸਾਰੇ ਕਿਰਪਾ। ਸੰਤਨ ਦੂਰਾ ਦੇ, ਸੰਤਨ ਦੂਰਾ ਦੇ, ਸੰਤਨ ਹਮ ਕਾਹੂ ਕੀ ਕਾਨ ਨ ਕੱਢਤੇ, ਹਮ ਕਾਹੂ ਕੀ ਕਾਨ ਨ ਕੱਢਤੇ, ਹਮ ਕਾਹੂ ਕੀ ਕਾਨ ਨ ਕੱਢਤੇ, ਹਮ ਕਾਹੂ ਕੀ ਕਾਨ ਨ ਕੱਢਤੇ। ਆਪਣੇ ਗੁਰ ਪ੍ਰਸਾਦੇ, ਆਪਣੇ ਗੁਰ ਪ੍ਰਸਾਦੇ, ਆਪਣੇ ਗੁਰ ਪ੍ਰਸਾਦੇ, ਆਪਣੇ ਗੁਰ ਪ੍ਰਸਾਦੇ। ਕਬੀਰ ਸਾਹਿਬ ਕਹਿੰਦੇ, ਕਵਨ ਨਰਕ ਕਿਆ ਸੁਰਗ ਵਿਚਾਰਾ। ਕਿਹੜਾ ਨਰਕ ਤੇ ਕਿਹੜੇ ਸਵਰਗ ਦੀ ਗੱਲ ਕਰਦੇ ਹੋ? ਕਵਨ ਨਰਕ, ਧਿਆਨ ਕਰਿਓ ਪਿਆਰਿਓ, ਕਵਨ ਨਰਕ ਕਿਆ ਸੁਰਗ ਵਿਚਾਰਾ। ਸੰਤਨ ਦੋ ਰਾਦੇ, ਰੱਬ ਦੇ ਪਿਆਰਿਆਂ ਨੇ ਤੇ ਦੋਨਾਂ ਨੂੰ ਰੱਦ ਕੀਤਾ ਹੋਇਆ। ਰੱਬ ਦਾ ਪਿਆਰਾ ਗੁਰਮੁਖੋ ਨਾ ਸਵਰਗ ਦੀ ਆਸ ਰੱਖਦਾ ਤੇ ਰੱਬ ਦਾ ਪਿਆਰਾ ਨਾ ਹੀ ਨਰਕ ਤੋਂ ਡਰਦਾ ਹੈ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਰੱਬ ਦੇ ਪਿਆਰਿਆਂ ਨੇ ਦੋਨਾਂ ਨੂੰ ਰੱਦ ਕੀਤਾ ਹੋਇਆ। ਕਹਿੰਦੇ ਹਮ ਕਾਹੂ ਕੀ ਕਾਨ ਨਾ ਕੱਢਤੇ,
ਅਸੀਂ ਕਿਸੇ ਦੀ ਕਾਣ ਨਹੀਂ ਕੱਢਦੇ, ਅਸੀਂ ਕਿਸੇ ਦੇ ਮੁਹਤਾਜ ਨਹੀਂ। ਕਬੀਰ ਸਾਹਿਬ ਕਹਿੰਦੇ ਪਤਾ ਕਿਉਂ? ਕਹਿੰਦੇ ਆਪਣੇ ਗੁਰ ਪ੍ਰਸਾਦੇ, ਗੁਰੂ ਦੀ ਕਿਰਪਾ ਦੇ ਨਾਲ ਸਾਡੇ ਅੰਦਰੋਂ ਇਹ ਵਹਿਮ, ਇਹ ਭਰਮ ਚੱਕ ਦਿੱਤਾ ਗੁਰੂ ਸਾਹਿਬ ਨੇ। ਇਹ ਕੂੜ ਦੀ ਕੰਧ ਸਾਡੇ ਅੰਦਰੋਂ ਕੱਢ ਦਿੱਤੀ ਹੈ, ਖਤਮ ਕਰ ਦਿੱਤੀ ਹੈ। ਸਾਨੂੰ ਕਿਸੇ ਨਰਕ ਤੇ ਸਵਰਗ ਦੀ ਜ਼ਰੂਰਤ ਰਹਿ ਨਹੀਂ ਗਈ ਹੈ, ਸਾਨੂੰ ਕਿਸੇ ਦਾ ਡਰ ਨਹੀਂ ਰਹਿ ਗਿਆ। ਇਸ ਕਰਕੇ ਗੁਰਮੁਖ ਪਿਆਰਿਓ, ਜਦੋਂ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਨਾ, ਕਬੀਰ ਸਾਹਿਬ ਕਹਿੰਦੇ ਉਦੋਂ ਆਪਣੇ ਅੰਦਰ ਕਿਸੇ ਨਰਕ ਦਾ ਡਰ ਤੇ ਸਵਰਗ ਦਾ ਲਾਲਚ ਨਹੀਂ ਲੈ ਕੇ ਚੱਲਣਾ। ਅੱਗੇ ਕਹਿਣ ਲੱਗੇ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਨੀਐ, ਭਾਉ ਭਗਤ ਭਗਵਾਨ। ਕਹਿੰਦੇ ਜਦੋਂ ਸਿਮਰਨ ਕਰੇਗਾ ਨਾ, ਜਦੋਂ ਪ੍ਰਮਾਤਮਾ ਦੇ ਗੁਣ ਗਾਏਗਾ, ਜਦੋਂ ਉਹਦੀ ਬੰਦਗੀ ਕਰੇਗਾ, ਆਪਣੀ ਸੁਰਤ ਦੇ ਵਿੱਚ ਇਹ ਗੱਲ ਵਸਾ ਕੇ ਰੱਖੀ। ਕਹਿੰਦੇ ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ। ਤੇਰੇ ਉਸ ਜਪ ਕੀਤੇ ਦਾ ਵੀ ਕੋਈ ਫਾਇਦਾ ਨਹੀਂ। ਧਿਆਨ ਕਰਕੇ ਸੁਣਿਓ ਪਿਆਰਿਓ, ਤੇਰੇ ਜਪ ਕੀਤੇ ਦਾ ਵੀ ਕੋਈ ਫਾਇਦਾ ਨਹੀਂ, ਤੇਰੇ ਉਸ ਤਪ ਕੀਤੇ ਦਾ ਵੀ ਕੋਈ ਫਾਇਦਾ ਨਹੀਂ, ਤੇਰਾ ਆਪਣੇ ਗਿਆਨ ਇੰਦਰੀਆਂ ਤੇ ਸੰਜਮ ਰੱਖਣ ਦਾ ਵੀ ਕੋਈ ਫਾਇਦਾ ਨਹੀਂ। ਅੱਗੇ ਕਹਿਣ ਲੱਗੇ ਕਿਆ ਵਰਤ। ਬਹੁਤ ਲੋਕ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਆਪਣੇ ਆਪ ਨੂੰ ਭੁੱਖਾ ਰੱਖ ਲੈਂਦੇ ਆ, ਵਰਤ ਰੱਖ ਲੈਂਦੇ ਆ। ਕਹਿੰਦੇ ਵਰਤ ਰੱਖਣ ਦਾ ਵੀ ਕੋਈ ਫਾਇਦਾ ਨਹੀਂ। ਕਿਆ ਇਸ਼ਨਾਨ, ਤੇਰੇ ਤੀਰਥਾਂ ਤੇ ਸਰੋਵਰਾਂ ਤੇ ਇਸ਼ਨਾਨ ਕਰਨ ਦਾ ਵੀ ਕੋਈ ਫਾਇਦਾ ਨਹੀਂ। ਕਿੰਨਾ ਚਿਰ? ਜਬ ਲੱਗ, ਜਦੋਂ ਤੱਕ ਜੁਗਤ ਨਾ ਜਾਨੀਐ, ਭਾਉ ਭਗਤ ਭਗਵਾਨ। ਜੇਕਰ ਤੇਰੇ ਹਿਰਦੇ ਦੇ ਅੰਦਰ ਉਸ ਪ੍ਰਮਾਤਮਾ ਦੀ ਭਗਤੀ ਦੀ ਜੁਗਤ ਪੈਦਾ ਨਹੀਂ ਹੋਈ, ਉਸ ਅਕਾਲ ਪੁਰਖ ਪ੍ਰਮਾਤਮਾ ਦੀ ਭਾਉ ਭਗਤੀ, ਭਾਵ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਦੀ ਜੁਗਤੀ ਤੇਰੇ ਅੰਦਰ ਨਹੀਂ ਪੈਦਾ ਹੋਈ, ਭਾਵ ਜਿੰਨਾ ਸਮਾਂ ਇਉਂ ਕਹਿ ਲੋ ਗੁਰੂ ਨੂੰ ਪੁੱਛ ਕੇ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ, ਓਨਾ ਸਮਾਂ ਗੁਰੂ ਸਾਹਿਬ ਕਹਿੰਦੇ ਤੇਰੇ ਜਪ ਤਪ ਇਸ਼ਨਾਨ ਤੇ ਵਰਤ ਰੱਖੇ ਹੋਏ ਨੇਫਲ ਨੇ, ਇਹ ਕਿਸੇ ਵੀ ਕੰਮ ਨਹੀਂ ਆਉਣੇ। ਵੇਖੋ ਰਹਾਉ ਦੇ ਸ਼ਬਦ ਵਿੱਚ ਨਾ ਗੁਰੂ ਸਾਹਿਬ ਨੇ ਸਮਝਾਇਆ, ਕਹਿੰਦੇ ਪ੍ਰਮਾਤਮਾ ਦੇ ਗੁਣ ਗਾਇਆ ਕਰ, ਤੈਨੂੰ ਗੁਣ ਗਾਉਣ ਦੇ ਨਾਲ ਪਰਮ ਅਵਸਥਾ ਪ੍ਰਾਪਤ ਹੋਏਗੀ। ਪਹਿਲੇ ਬੰਦ ਦੇ ਵਿੱਚ ਕਹਿੰਦੇ ਜਦੋਂ ਪ੍ਰਮਾਤਮਾ ਦਾ ਨਾਮ ਜਪੇਗਾ ਉਦੋਂ ਸਵਰਗਾਂ ਦਾ ਲਾਲਚ ਤੇ ਨਰਕਾਂ ਦਾ ਡਰ ਨਹੀਂ ਰੱਖਣਾ। ਤੀਜੇ ਬੰਦ ਦੇ ਵਿੱਚ ਆ ਕੇ ਕਹਿਣ ਲੱਗੇ, ਕਹਿੰਦੇ ਜੇਕਰ ਤੇਰੇ ਅੰਦਰ ਪ੍ਰਮਾਤਮਾ ਦੇ ਭਾਉ ਭਗਤੀ ਦੀ ਜੁਗਤ ਪੈਦਾ ਨਹੀਂ ਹੋਈ, ਤਰੀਕਾ ਆਪਣੇ ਗੁਰੂ ਤੋਂ ਨਹੀਂ ਪੁੱਛਿਆ, ਤੇ ਇਹ ਵੀ ਯਾਦ ਰੱਖੀ ਤੇਰੇ ਦੁਆਰਾ ਕੀਤਾ ਹੋਇਆ ਜਪ ਤਪ ਵੀ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਵੇਗਾ। ਹੁਣ ਗੱਲ ਸਮਝਿਓ, ਪ੍ਰਮਾਤਮਾ ਦੀ ਬੰਦਗੀ ਕਰਨੀ ਹੈ, ਇਬਾਦਤ ਕਰਨੀ ਹੈ, ਪਰ ਗੁਰਮੁਖ ਪਿਆਰਿਓ ਇਬਾਦਤ ਜਿਹੜੀ ਬੰਦਗੀ ਆ, ਜਿਹੜਾ ਸਿਮਰਨ ਹੈ, ਉਹ ਕਰਨਾ ਵੀ ਗੁਰੂ ਦੀ ਮੱਤ ਮੁਤਾਬਕ ਹੈ। ਬਹੁਤ ਵਾਰ ਇਦਾਂ ਵਾਪਰ ਜਾਂਦਾ ਹੈ ਕਿ ਰਾਮ ਰਾਮ ਕਰਤਾ ਸਭ ਜਗ ਫਿਰੈ। ਸਾਰੇ ਕਿਰਪਾ ਕਰਿਓ ਜੀ, ਰਾਮ ਰਾਮ ਕਰਤਾ ਸਭ ਜਗ ਫਿਰੈ, ਪਰ ਅੱਗੇ ਕੀ ਕਿਹਾ? ਰਾਮ ਨਾ ਪਾਇਆ। ਇਹਦਾ ਮਤਲਬ ਬਹੁਤ ਦੁਨੀਆ ਰੱਬ ਦਾ ਨਾਮ ਜਪਦੀ ਹੈ, ਫਿਰ ਵੀ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂ? ਉਹਦਾ ਕਾਰਨ ਇਹ ਹੈ ਕਿ ਬੰਦਾ ਆਪਣੇ ਮਨ ਦੀ ਮੱਤ ਪਿੱਛੇ ਲੱਗ ਕੇ ਰੱਬ ਦਾ ਨਾਮ ਜਪਦਾ। ਬੰਦਾ ਆਪਣੇ ਮਨ ਦੇ ਮੁਤਾਬਕ, ਆਪਣੇ ਖਿਆਲਾਂ ਦੇ ਮੁਤਾਬਕ ਪ੍ਰਮਾਤਮਾ ਨੂੰ ਜਪਦਾ। ਪਿਆਰਿਓ ਪ੍ਰਮਾਤਮਾ ਨੂੰ ਜਪਣਾ ਵੀ ਗੁਰੂ ਤੋਂ ਮੱਤ ਲੈ ਕੇ ਆ। ਜਪਜੀ ਸਾਹਿਬ ਦਾ ਬਚਨ ਚੇਤੇ ਕਰ ਲਓ, ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਰੂ ਦੇ ਗੁਣ ਧਾਰਨ ਕੀਤੇ ਬਿਨਾ, ਗੁਰੂ ਤੋਂ ਮੱਤ ਲਏ ਬਿਨਾ ਤੇਰੀ ਭਗਤੀ ਵੀ ਪ੍ਰਵਾਨ ਨਹੀਂ ਹੁੰਦੀ। ਤਾਂ ਹੀ ਤੇ ਕਿਹਾ ਸੀ ਨਾ, ਗੁਰ ਕੀ ਮੱਤ ਤੂੰ ਲੇਹ ਏ ਆਨੇ। ਬੋਲੋ, ਗੁਰ ਕੀ ਮੱਤ ਤੂੰ ਲੇਹ ਏ ਆਨੇ। ਕਹਿੰਦੇ ਮੱਤ, ਹੁਣ ਵੇਖੋ ਏ ਆਨੇ ਦਾ ਮਤਲਬ ਕੋਈ ਇਹ ਨਹੀਂ ਕੋਈ ਇੱਥੇ 10 ਸਾਲ ਦਾ ਬੱਚਾ ਬੈਠਾ ਹੈ, ਕੋਈ 20 ਸਾਲ ਦਾ ਬੈਠਾ ਹੈ ਵੀ ਉਹਨੂੰ ਏ ਆਨਾ ਕਿਹਾ। ਕਹਿੰਦੇ ਬੇਸ਼ੱਕ ਕੋਈ 90 ਸਾਲ ਦਾ 100 ਸਾਲ ਦਾ ਵੀ ਕਿਉਂ ਨਾ ਹੋਵੇ, ਗੁਰੂ ਦੀ ਨਜ਼ਰ ਵਿੱਚ ਤੇ 100 ਸਾਲ ਦਾ ਬੰਦਾ ਵੀ ਏ ਆਨਾ ਹੀ ਹੈ, ਬਾਲਕੀ ਹੈ, ਬੱਚਾ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਗੁਰ ਕੀ ਮੱਤ ਤੂੰ ਲੇਹ ਏ ਆਨੇ, ਭਗਤ ਬਿਨਾ
ਬਹੁਤ ਡੂਬੇ ਸਿਆਣੇ। ਭਾਵ ਗੁਰੂ ਦੀ ਮੱਤ ਲਏ ਬਿਨਾ, ਪਰਮਾਤਮਾ ਦੀ ਭਗਤੀ ਕੀਤੇ ਬਿਨਾ ਵੱਡੇ ਵੱਡੇ ਸਿਆਣੇ ਵੀ ਇਸ ਦੁਨੀਆ ਦੇ ਵਿੱਚ ਡੁੱਬ ਗਏ। ਪਿਆਰਿਓ, ਕਹਿਣ ਦਾ ਭਾਵ ਦੁਨੀਆ ਦਾ ਜਿੰਨਾ ਮਰਜ਼ੀ ਬੰਦੇ ਕੋਲੇ ਗਿਆਨ ਹੋਵੇ, ਸ਼ਬਦ ਬੜਾ ਪਿਆਰਾ ਆਉਂਦਾ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ। ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਬੇਸ਼ੱਕ ਜਿੰਨਾ ਮਰਜ਼ੀ ਸੋਹਣਾ ਹੋਵੇ, ਅਤ ਸੁੰਦਰ ਕੁਲੀਨ, ਜਿੱਡੀ ਮਰਜ਼ੀ ਵੱਡੀ ਕੁੱਲ 'ਚ ਜਨਮ ਲਿਆ ਹੋਵੇ, ਅਤ ਸੁੰਦਰ ਕੁਲੀਨ ਚਤੁਰ, ਚਲਾਕ ਬੜਾ ਹੋਵੇ, ਭਾਵ ਆਪਣੇ ਆਪ ਨੂੰ ਬੜਾ ਸੂਝਵਾਨ ਮੰਨਦਾ ਹੋਵੇ, ਚਲਾਕ ਬੜਾ ਹੋਵੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ, ਮੁਖ ਤੋਂ ਗਿਆਨ ਦੀਆਂ ਗੱਲਾਂ ਵੀ ਬਹੁਤ ਕਰਦਾ ਹੋਵੇ, ਧਨਵੰਤ, ਪੈਸਾ ਵੀ ਬਹੁਤ ਜ਼ਿਆਦਾ ਹੋਵੇ। ਪਾਤਸ਼ਾਹ ਕਹਿੰਦੇ ਪੰਜੇ ਗੁਣ ਬੰਦੇ ਦੇ ਕੋਲੇ ਹੋਣ, ਪਰ ਜੇ ਉਹਦੇ ਹਿਰਦੇ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ ਟਿਕੀ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮਰਿਆ ਹੋਇਆ ਕਹਿੰਦੇ ਜੇ ਉਹਦੇ ਹਿਰਦੇ ਦੇ ਅੰਦਰ ਗੁਰੂ ਦਾ ਪਿਆਰ ਨਹੀਂ ਟਿਕਿਆ, ਪਰਮਾਤਮਾ ਦੀ ਬੰਦਗੀ ਦਾ ਟਿਕਾ ਨਹੀਂ ਨਾ ਬਣਿਆ, ਤੇ ਮਾਫ ਕਰਨਾ ਉਹਦੇ ਕੀਤੇ ਹੋਏ ਸਾਰੇ ਕਰਮ ਕਾਂਡ ਵੀ ਕਿਸੇ ਦਰ ਤੇ ਪ੍ਰਵਾਨ ਨਹੀਂ ਹੁੰਦੇ। ਅੱਗੇ ਪਾਤਸ਼ਾਹ ਕਹਿਣ ਲੱਗੇ, ਸੰਪੈ ਦੇਖ ਨ ਹਰਖੀਐ ਬੇਪਤ ਦੇਖ ਨਾ ਰੋਏ, ਜਿਉ ਸੰਪੈ ਤਿਉ ਬਿਪਤ ਹੈ ਬਿਦ ਨੇ ਰਚਿਆ ਸੋ ਹੋਏ। ਸੰਪੈ ਦੇਖ ਨਾ ਹਰਖੀਐ, ਜਦੋਂ ਪ੍ਰਮਾਤਮਾ ਦੀ ਬੰਦਗੀ ਕਰੇਗਾ ਨਾ, ਜਦੋਂ ਉਹਦਾ ਸਿਮਰਨ ਕਰੇਗਾ, ਇਬਾਦਤ ਕਰੇਗਾ, ਜ਼ਿੰਦਗੀ ਵਿੱਚ ਖੁਸ਼ੀਆਂ ਵੀ ਬੜੀਆਂ ਆਉਣਗੀਆਂ, ਤੇ ਜ਼ਿੰਦਗੀ ਦੇ ਵਿੱਚ ਵਿਪਤਾ ਵਾਲਾ ਸਮਾਂ ਵੀ ਜ਼ਰੂਰ ਆਏਗਾ। ਇਹ ਪੱਲੇ ਬੰਨ ਲੈ, ਧਿਆਨ ਕਰਿਓ ਜੀ ਪਿਆਰਿਓ। ਜਦੋਂ ਪਰਮਾਤਮਾ ਦਾ ਸਿਮਰਨ ਕਰੋਗੇ, ਬੰਦਗੀ ਕਰੋਗੇ ਨਾ, ਤਾਂ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਖੁਸ਼ੀਆਂ ਵਾਲਾ ਸਮਾਂ ਵੀ ਆਉਂਦਾ ਹੈ। ਬੰਦਗੀ ਕਰਦਿਆਂ ਕਰਦਿਆਂ ਗੁਰਮਖੋ ਵਿਪਤਾ ਦਾ ਸਮਾਂ ਵੀ ਆ ਜਾਂਦਾ, ਕਈ ਵਾਰ ਦੁੱਖ ਦੀਆਂ ਘੜੀਆਂ ਵੀ ਆ ਜਾਂਦੀਆਂ ਨੇ। ਤੇ ਕਬੀਰ ਸਾਹਿਬ ਕਹਿੰਦੇ ਆਪਣੇ ਪੱਲੇ ਬੰਨ ਲਿਓ, ਕਹਿੰਦੇ ਸੰਪੈ ਦੇਖ ਨਾ ਹਰਖੀਐ ਬੇਪਤ ਦੇਖ ਨਾ ਰੋਏ। ਕਹਿੰਦੇ ਜਦੋਂ ਕਦੇ ਖੁਸ਼ੀ ਦਾ ਸਮਾਂ ਆ ਜਾਏ, ਕੋਈ ਆਨੰਦ ਦਾ ਸਮਾਂ ਆ ਜਾਏ, ਉਦੋਂ ਕਿਤੇ ਇੰਨਾ ਖੁਸ਼ੀ ਦੇ ਵਿੱਚ ਪਾਗਲ ਨਾ ਹੋ ਜਾਈਂ ਕਿ ਤੇਰਾ ਆਪਣੇ ਆਪ ਤੇ ਕੋਈ ਕਾਬੂ ਹੀ ਨਾ ਰਵੇ। ਭਾਵ ਖੁਸ਼ੀ ਦੇ ਵਿੱਚ ਬੌਰਾ ਹੋਇਆ ਇਦਾਂ ਦੇ ਕਰਮ ਕਰ ਦੇਵੇਂ ਜਿਹੜੇ ਗੁਰੂ ਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ। ਧਿਆਨ ਕਰ, ਸੰਪੈ ਦੇਖ ਨਾ ਹਰਖੀਐ ਬੇਪਤ ਦੇਖ ਨਾ ਰੋਏ। ਕਹਿੰਦੇ ਜਦੋਂ ਪ੍ਰਮਾਤਮਾ ਦੀ ਬੰਦਗੀ ਕਰਦਾ ਕਰਦਾ ਜ਼ਿੰਦਗੀ ਜਿਉਵੇਂਗਾ ਨਾ ਪਿਆਰੇ, ਤੇ ਜ਼ਿੰਦਗੀ ਦੇ ਵਿੱਚ ਵਿਪਤਾ ਭਾਵ ਦੁੱਖ ਦਾ ਵੀ ਸਮਾਂ ਆ ਸਕਦਾ ਹੈ, ਤੇ ਉਹ ਵਿਪਤ ਨੂੰ ਵੇਖ ਕੇ ਕਦੇ ਰੋਵੀ ਨਾ, ਕਦੇ ਘਬਰਾਈ ਨਾ, ਕਦੇ ਡੋਲੀ ਨਾ। ਕਹਿਣ ਦਾ ਭਾਵ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਖੁਸ਼ੀਆਂ ਦਾ ਸਮਾਂ ਆਏ ਤੇ ਮਨ ਦੇ ਪਿੱਛੇ ਲੱਗ ਕੇ ਕਿਤੇ ਇਦਾਂ ਦੇ ਕਰਮ ਨਾ ਕਰੀ ਜਿਹੜੇ ਗੁਰੂ ਨੂੰ ਭਾਉਂਦੇ ਨਾ ਹੋਣ। ਭਾਵ ਖੁਸ਼ੀ ਦੇ ਵਿੱਚ ਇੰਨਾ ਪਾਗਲ ਹੋ ਜਾਏ ਕਿ ਤੈਨੂੰ ਆਪਣਾ ਗੁਰੂ ਭੁੱਲ ਜਾਏ, ਤੇ ਕਦੇ ਵਿਪਤਾ ਪੈ ਜਾਏ, ਕਦੇ ਦੁੱਖ ਦਾ ਸਮਾਂ ਆ ਜਾਏ, ਤੇ ਕਿਤੇ ਆਪਣੇ ਆਪ ਨੂੰ ਇੰਨਾ ਡੁਲਾ ਨਾ ਲਵੀਂ ਕਿ ਨਿਰਾਸ਼ ਹੋ ਕੇ ਉਸ ਗੁਰੂ ਦੇ ਦਰ ਨਾਲੋਂ ਟੁੱਟ ਜਾਏ। ਗੁਰਮੁਖੋ, ਕਿਉਂਕਿ ਪਾਤਸ਼ਾਹ ਕਹਿੰਦੇ ਜਿਉਂ ਸੰਪੈ ਤਿਉਂ ਵਿਪਤ ਹੈ। ਜਿੱਦਾਂ ਦੀ ਖੁਸ਼ੀ ਹੈ ਉਦਾਂ ਦੀ ਵਿਪਤ ਹੈ। ਜਿਉਂ ਸੰਪੈ ਤਿਉਂ ਵਿਪਤ ਹੈ ਬਿਦ ਨੇ ਰਚਿਆ ਸੋ ਹੋਏ। ਖੁਸ਼ੀ ਵੀ ਪ੍ਰਮਾਤਮਾ ਨੇ ਰਚੀ ਹੈ, ਵਿਪਤਾ ਵੀ ਉਸ ਪ੍ਰਮਾਤਮਾ ਨੇ ਰਚੀ। ਆਖੋ ਸਤਨਾਮ। ਧਿਆਨ ਕਰਕੇ ਸੁਣਿਓ, ਖੁਸ਼ੀ ਵੀ ਉਸ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ, ਵਿਪਤਾ ਵੀ ਉਸ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਆ। ਇਹ ਗੱਲ ਪੱਲੇ ਬੰਨ ਲਓ, ਕਿਉਂਕਿ ਕਬੀਰ ਸਾਹਿਬ ਨੇ ਕਿਹਾ ਨਾ, ਇੱਕ ਵਾਰੀ ਸਾਰੇ ਕਿਰਪਾ ਕਰਕੇ ਨਾਲ ਨਾਲ ਪੜਿਓ, ਪੰਕਤੀ ਆਪਣੀ ਸੁਰਤ ਦੇ ਵਿੱਚ ਵਸਾ ਕੇ ਲੈ ਕੇ ਜਾਇਓ। ਜਿਉਂ ਸੰਪੈ ਤਿਉਂ ਵਿਪਤ ਹੈ, ਜਿਉਂ ਸੰਪੈ ਤਿਉਂ ਵਿਪਤ ਹੈ, ਜਿਉਂ ਤਿਉਂ ਵਿਪਤ ਹੈ, ਜਿਉਂ ਸੰਪੈ ਤਿਉਂ ਵਿਪਤ ਹੈ। ਬਿਦ ਨੇ ਰਚਿਆ ਸੋ ਹੋਏ, ਬਿਦ ਨੇ ਰਚਿਆ ਸੋ ਹੋਏ, ਬਿਦ ਨੇ ਰਚਿਆ ਸੋ ਹੋਏ, ਬਿਦ ਨੇ ਰਚਿਆ ਸੋ ਹੋਏ। ਹੁਣ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਨਾ ਗੁਰਮੁਖ ਪਿਆਰਿਓ, ਮੱਥਾ ਟੇਕਣ ਤੇ ਭਰੋਸਾ ਹੋਣ ਦੇ ਵਿੱਚ ਭਾਈ ਦਿਨ ਰਾਤ ਦਾ ਫਰਕ ਆ। ਧਿਆਨ ਕਰਿਓ,
ਮੱਥਾ ਟੇਕ ਦੇਣਾ ਤੇ ਜਿਹਦੇ ਅੱਗੇ ਮੱਥਾ ਟੇਕਿਆ ਉਹਦੇ ਤੇ ਭਰੋਸਾ ਹੋ ਜਾਣਾ, ਇਹਦੇ ਵਿੱਚ ਬੜਾ ਵੱਡਾ ਫਰਕ ਆ। ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਬਾਣੀ ਤੇ ਭਰੋਸਾ ਹੈ, ਅੱਜ ਤੋਂ ਬਾਅਦ ਆਪਣੇ ਹਿਰਦੇ ਦੇ ਅੰਦਰ ਇਹ ਗੱਲ ਧਾਰ ਲਓ ਕਿ ਖੁਸ਼ੀ ਦੇਣ ਵਾਲਾ ਵੀ ਉਹ ਹੈ ਤੇ ਵਿਪਤਾ ਦੁੱਖ ਦੇਣ ਵਾਲਾ ਵੀ ਉਹ ਹੈ। ਨਾ ਖੁਸ਼ੀ ਦੇ ਵਿੱਚ ਬੌਰੇ ਹੋ ਕੇ ਭੱਜਣਾ ਤੇ ਨਾ ਵਿਪਤਾ ਦੇਖ ਕੇ ਭੱਜਣਾ, ਅਡੋਲ ਅਵਸਥਾ ਦੇ ਵਿੱਚ ਰਹਿਣਾ। ਜੇ ਸੁੱਖ ਦਿੱਤਾ ਤਾਂ ਵੀ ਉਹਦੀ ਰਜ਼ਾ ਵਿੱਚ, ਜੇ ਦੁੱਖ ਦਿੱਤਾ ਤਾਂ ਵੀ ਉਹਦੀ ਰਜ਼ਾ ਦੇ ਵਿੱਚ। ਅੱਗੇ ਪਾਤ ਕਬੀਰ ਸਾਹਿਬ ਕਹਿਣ ਲੱਗੇ ਅਖੀਰਲਾ ਸ਼ਬਦ, ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ, ਸੇਵਕ ਸੋ ਸੇਵਾ ਭਲੇ, ਜੇ ਘਟ ਬਸੈ ਮੁਰਾਰ। ਕਹਿੰਦੇ ਹੁਣ ਪਰਮਾਤਮਾ ਦੀ ਬੰਦਗੀ ਕਰਕੇ, ਉਹਦਾ ਸਿਮਰਨ ਕਰਕੇ, ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਕਹਿੰਦੇ ਕਹਿ ਕਬੀਰ ਅਬ ਜਾਣਿਆ, ਹੁਣ ਮੈਂ ਜਾਣ ਲਿਆ, ਮੈਨੂੰ ਸਮਝ ਪੈ ਗਈ। ਕਬੀਰ ਸਾਹਿਬ ਕਹਿੰਦੇ ਕਹੋ ਕਹਿ ਕਬੀਰ ਅਬ ਜਾਣਿਆ, ਕਿਹੜੀ ਗੱਲ ਦਾ ਗਿਆਨ ਪਤਾ ਲੱਗ ਗਿਆ? ਕਹਿੰਦੇ ਸੰਤਨ ਹਿਰਦੈ ਮਝਾਰ, ਰੱਬ ਦਾ ਜਿਹੜਾ ਵਸ ਹੈ ਉਹ ਰੱਬ ਦੇ ਪਿਆਰਿਆਂ ਦੇ ਹਿਰਦੇ ਦੇ ਅੰਦਰ ਹੀ ਹੈ। ਜਿਹੜੇ ਸਵਰਗਾਂ ਦੀ ਖਾਤਰ ਲੋਕ ਥਾਂ ਥਾਂ ਤੇ ਭਟਕਦੇ ਫਿਰਦੇ ਆ ਨਾ, ਇਉਂ ਕਹਿ ਲੋ ਸਵਰਗ ਦੀ ਪ੍ਰਾਪਤੀ ਦੇ ਲਈ, ਮਰਨ ਤੋਂ ਬਾਅਦ ਸੁੱਖ ਲੱਭਣ ਦੇ ਲਈ ਲੋਕ ਆ ਮਨੁੱਖਾ ਜੀਵਨ ਦੇ ਵਿੱਚ ਦੁਖੀ ਹੋਈ ਜਾਂਦੇ ਆ। ਧਿਆਨ ਕਰਕੇ ਸੁਣਿਓ ਪਿਆਰਿਓ, ਸਾਡੀ ਜਿਹੜੀ ਫਿਤਰਤ ਕੀ ਬਣ ਗਈ ਕਿ ਮਰਨ ਤੋਂ ਬਾਅਦ ਮੈਂ ਸਵਰਗਾਂ ਦੇ ਵਿੱਚ ਚਲਿਆ ਜਾਵਾਂ, ਮਰਨ ਤੋਂ ਬਾਅਦ ਮੈਨੂੰ ਸਵਰਗ ਪ੍ਰਾਪਤ ਹੋ ਜਾਣ। ਮਰਨ ਤੋਂ ਬਾਅਦ ਦੇ ਸਵਰਗ ਲੱਭਦਾ ਲੱਭਦਾ ਬੰਦਾ ਆ ਪ੍ਰਮਾਤਮਾ ਦੀ ਬਖਸ਼ੀ ਦਾਤ ਮਨੁੱਖਾ ਜੀਵਨ ਦੇ ਵਿੱਚ ਬੜੇ ਦੁੱਖ ਪੈਦਾ ਕਰ ਬੈਠਾ। ਹੁਣ ਕਬੀਰ ਸਾਹਿਬ ਕਹਿੰਦੇ ਪਿਆਰੇ, ਕਹਿੰਦੇ ਮਰਨ ਤੋਂ ਬਾਅਦ ਨਰਕ ਸਵਰਗ ਦਾ ਡਰ ਛੱਡ ਕੇ ਤੂੰ ਪ੍ਰਮਾਤਮਾ ਦਾ ਸਿਮਰਨ ਕਰ, ਤੇ ਇੱਕ ਦਿਨ ਤੈਨੂੰ ਇਹ ਗਿਆਨ, ਇਹ ਖਿਆਲ ਤੇਰੇ ਅੰਦਰ ਪੈਦਾ ਹੋ ਜਾਏਗਾ। ਇਹ ਗਿਆਨ ਤੇਰੇ ਅੰਦਰ ਗੁਰੂ ਸਾਹਿਬ ਪ੍ਰਗਟ ਕਰ ਦੇਣਗੇ ਕਿ ਜਿਸ ਸਵਰਗ ਨੂੰ ਮੈਂ ਮਰਨ ਤੋਂ ਬਾਅਦ ਲੱਭਣ ਦਾ ਯਤਨ ਕਰਦਾ ਪਿਆ ਸੀ, ਉਸ ਜਿਹੜਾ ਸਵਰਗ ਹੈ ਸੰਤਨ ਹਿਰਦੈ ਮਝਾਰ, ਰੱਬ ਦੇ ਪਿਆਰਿਆਂ ਦੇ ਅੰਦਰ ਹੀ ਉਹ ਸਵਰਗ ਬਣਿਆ ਹੋਇਆ। ਆਖੋ ਸਤਨਾਮ। ਭਾਵ ਜਿਉਂਦੇ ਜੀ ਉਹਨਾਂ ਦੀ ਜ਼ਿੰਦਗੀ ਸਵਰਗ ਬਣ ਚੁੱਕੀ ਹੈ। ਮਰਨ ਤੋਂ ਬਾਅਦ ਕੀ ਹੋਣਾ ਇਹ ਛੱਡ, ਤੇ ਜੇ ਮੰਨਣਾ ਵੀ ਹੈ ਕਿ ਮਰਨ ਤੋਂ ਬਾਅਦ ਵੀ ਸਵਰਗ ਵਿੱਚ ਜਾਣਾ, ਚਲੋ ਮੰਨ ਲਓ ਵੀ ਜਾਣਾ ਵੀ ਹੈ, ਸਾਡੇ ਅੰਦਰ ਚਾਹਤ ਵੀ ਪੈਦਾ ਹੋ ਜਾਏ, ਤੇ ਫਿਰ ਗੁਰੂ ਸਾਹਿਬ ਦੇ ਬਚਨ ਪੜਿਓ ਪਿਆਰਿਓ। ਗੁਰੂ ਪਾਤਸ਼ਾਹ ਕਹਿੰਦੇ ਲੋਕ ਸੁਖੀਏ, ਕਰੋ ਸਾਰੇ ਕਿਰਪਾ, ਲੋਕ ਸੁਖੀਏ ਪਰਲੋਕ। ਪਰਲੋਕ ਸੁਹੇਲਾ ਕਦੋਂ ਹੋਏਗਾ? ਜਦੋਂ ਤੇਰਾ ਲੋਕ ਸੁਹੇਲਾ ਹੋ, ਸੁਖੀ ਹੋਏਗਾ। ਲੋਕ ਸੁਖੀਏ, ਜੇ ਗੁਰੂ ਤੋਂ ਮਤ ਲੈ ਕੇ ਆਪਣੇ ਆ ਜੀਵਨ ਨੂੰ, ਮਨੁੱਖਾ ਜੀਵਨ ਨੂੰ ਤੂੰ ਸੌਖਾ ਨਹੀਂ ਕਰ ਪਾਇਆ, ਤੇ ਪਰਲੋਕ ਕਿਵੇਂ ਤੇਰਾ ਸੁਹੇਲਾ ਹੋ ਜਾਏਗਾ? ਸਭ ਤੋਂ ਪਹਿਲਾ ਕਰਮ ਸਾਡਾ ਗੁਰੂ ਤੋਂ ਮਤ ਲੈ ਕੇ ਉਸ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਆ ਮਨੁੱਖਾ ਜੀਵਨ ਨੂੰ ਸੋਹਣਾ ਬਣਾਏਗੇ। ਜਦੋਂ ਆ ਜੀਵਨ, ਆ ਲੋਕ ਸੁਖੀ ਹੋ ਗਿਆ, ਪਰਲੋਕ ਆਪਣੇ ਆਪ ਸੁਹੇਲਾ ਹੋ ਜਾਏਗਾ। ਇੱਕ ਸ਼ਬਦ ਹੋਰ ਪੜ੍ਹ ਲਓ ਸੋਹਿਲਾ ਸਾਹਿਬ ਦੀ ਬਾਣੀ ਦਾ। ਗੁਰੂ ਪਾਤਸ਼ਾਹ ਕਹਿਣ ਲੱਗੇ, ਕਰੋ ਬੇਨਤੀ ਸੁਣੋ ਮੇਰੇ। ਕਹਿੰਦੇ ਬੇਨਤੀ ਕਰਾਂ ਮੇਰੇ ਮਿੱਤਰ ਪਿਆਰੇ, ਧਿਆਨ ਕਰਕੇ ਸੁਣ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ। ਆ ਬੇਲਾ, ਆ ਜਿਹੜੀ ਜ਼ਿੰਦਗੀ ਹੈ ਨਾ, ਜਿਹੜੀ ਆਪਾਂ ਨੂੰ ਸਾਰਿਆਂ ਨੂੰ ਹਾਸਲ ਹੋਈ ਹੈ, ਕਹਿੰਦੇ ਆ ਜਿਹੜਾ ਮਨੁੱਖਾ ਜੀਵਨ ਹੈ, ਇਹਦੇ ਕੋਲੇ ਇੱਕ ਸਮਾਂ ਹੈ, ਕਾਹਦਾ? ਸੰਤ ਟਹਿਲ ਕੀ ਬੇਲਾ। ਟਹਿਲ ਦਾ ਭਾਵ ਹੈ ਸੇਵਾ, ਸੰਤ ਮੈਨੇ ਗੁਰੂ। ਗੁਰੂ ਦੀ ਸੇਵਾ ਕਰਨ ਦਾ ਤੈਨੂੰ ਇਹ ਸਭ ਤੋਂ ਵਧੀਆ ਜੀਵਨ ਪ੍ਰਾਪਤ ਹੋਇਆ, ਮਨੁੱਖਾ ਜੀਵਨ, ਜਿਹਨੂੰ ਆਪਾਂ ਕਹਿੰਦੇ ਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ। ਸੰਤ ਟਹਿਲ ਕੀ ਵੇਲਾ, ਭਾਵ ਜਦੋਂ ਗੁਰੂ ਦੀ ਸੇਵਾ ਕਰੇਗਾ, ਰੱਬ ਦੇ ਪਿਆਰਿਆਂ ਦੀ ਸੇਵਾ ਕਰੇਗਾ, ਸੰਗਤ ਦੀ ਸੇਵਾ ਕਰੇਗਾ, ਸੰਤ ਟਹਿਲ ਕੀ ਵੇਲਾ। ਤੇ ਅੱਗੇ ਪਾਤਸ਼ਾਹ ਨੇ ਕੀ ਕਿਹਾ? ਕਰ ਦਿਓ ਕਿਰਪਾ, ਇਹਾਂ ਖਾਟ ਚਲੋ। ਆ ਜੀਵਨ ਦੇ ਵਿੱਚ ਲਾਹਾ ਖੱਟ ਪਿਆਰੇ, ਆ ਮਨੁੱਖਾ ਜੀਵਨ ਦੇ ਵਿੱਚ ਲਾਹਾ ਖੱਟ।
ਤੇ ਹੋਏਗਾ ਕੀ? ਆਗੈ ਬਸਨ ਸੁਹੇਲਾ। ਜੇ ਆ ਜੀਵਨ ਦੇ ਵਿੱਚ ਹੀ ਲਾਹਾ ਨਹੀਂ ਖੱਟਿਆ ਤੇ ਆਉਣ ਵਾਲਾ ਸਮਾਂ ਤੇਰਾ ਦੁਨੀਆ ਦੀ ਕੋਈ ਤਾਕਤ ਸੁਹੇਲਾ ਨਹੀਂ ਕਰ ਸਕਦੀ। ਇਹ ਗੱਲ ਪੱਲੇ ਬੰਨ ਲੈ। ਭਾਵ ਗੁਰੂ ਤੋਂ ਮਤ ਲੈ ਕੇ ਜੀਵਨ ਨੂੰ ਸੋਹਣਾ ਬਣਾ। ਤੇ ਇਸ ਅਖੀਰ ਤੇ ਕਹਿਣ ਲੱਗੇ, ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਜਾਰ, ਸੇਵਕ ਸੋ ਸੇਵਾ ਭਲੇ, ਜਿਹੇ ਘਟ ਬਸੈ ਮੁਰਾਰ। ਕਹਿੰਦੇ ਗੁਰੂ ਦੇ ਦਰ ਤੇ ਸੇਵਾ ਕਰਦੇ ਵੀ ਉਹੀ ਸੋਹਣੇ ਲੱਗਦੇ ਆ। ਧਿਆਨ ਕਰਿਓ, ਸੇਵਕ ਸੋ ਸੇਵਾ ਭਲੇ। ਗੁਰੂ ਦੇ ਦਰ ਤੇ ਪਿਆਰਿਓ ਸੇਵਾ ਕਰਦਾ ਵੀ ਕਹਿੰਦੇ ਉਹੀ ਸੋਹਣਾ ਲੱਗਦਾ ਹੈ। ਗੁਰੂ ਸਾਹਿਬ ਦੇ ਬਚਨ ਨੇ, ਕਬੀਰ ਸਾਹਿਬ ਦੇ, ਜਪ ਵਾਹਿਗੁਰੂ ਜੀ, ਸੇਵਕ ਸੋ ਸੇਵਾ ਭਲੇ, ਕਿਹੜੇ? ਜਿਹੇ ਘਟ ਬਸੈ ਮੁਰਾਰ। ਇੱਕ ਵਾਰੀ ਸਾਰੇ ਕਿਰਪਾ ਕਰੋ, ਜਿਹੇ ਘਟ ਬਸੈ, ਜਿਸ ਦੇ ਹਿਰਦੇ ਵਿੱਚ ਉਹ ਪਰਮਾਤਮਾ ਦਾ ਵਾਸਾ ਹੋ ਗਿਆ। ਕਹਿੰਦੇ ਜਿਹਨੂੰ ਵਿਸ਼ਵਾਸ ਹੀ ਨਹੀਂ ਹੈ ਵੀ ਇਹ ਮੇਰੀ ਰੱਖਿਆ ਕਰਨ ਵਾਲਾ ਹੈਗਾ ਕਿ ਨਹੀਂ ਹੈ, ਜਿਹਨੂੰ ਇਸ ਗੱਲ ਦਾ ਵਿਸ਼ਵਾਸ ਹੀ ਨਹੀਂ ਕਿ ਇਹ ਪਰਮਾਤਮਾ ਮੇਰੇ ਦੁੱਖ ਤੇ ਸੁੱਖ ਦਾ ਸਾਥੀ ਹੈ, ਦੁੱਖ ਸੁੱਖ ਦੀਆਂ ਦਾਤਾਂ ਦੇਣ ਵਾਲਾ ਹੈ, ਮੇਰੀ ਜੀਵਨ ਦੀ ਹਰ ਇੱਕ, ਜਿਹੜਾ ਮੇਰੇ ਜੀਵਨ ਦਾ ਹਰ ਇੱਕ ਪਹਿਲੂ ਆ, ਉਹ ਪਹਿਲੂ ਦੇ ਵਿੱਚ ਮੇਰੀ ਰੱਖਿਆ ਕਰਨ ਵਾਲਾ ਮੇਰਾ ਗੁਰੂ ਹੈ। ਜਿਹਨੂੰ ਅਜੇ ਇਸ ਗੱਲ ਦਾ ਵਿਸ਼ਵਾਸ ਹੀ ਨਹੀਂ ਬਣਿਆ, ਜਿਹੜਾ ਅਜੇ ਵੀ ਇੱਟਾਂ ਉੱਟਾਂ ਦੀ ਪੂਜਾ ਕਰਦਾ ਫਿਰਦਾ, ਜੰਡਾਂ ਮਟੀਆਂ ਦੀ ਪੂਜਾ ਕਰਦਾ ਫਿਰਦਾ, ਪਿਆਰਿਓ ਜਿਹਨੂੰ ਆਪਣੇ ਗੁਰੂ ਨਾਲੋਂ ਵੱਧ ਵਿਸ਼ਵਾਸ ਇੱਟਾਂ ਦੇ ਉੱਤੇ ਹੈ, ਭਲਿਓ ਉਹਦੀ ਸੇਵਾ ਕੀਤੀ ਵੀ ਪ੍ਰਵਾਨ ਨਹੀਂ ਹੁੰਦੀ। ਕਿਉਂਕਿ ਗੁਰੂ ਸਾਹਿਬ ਦਾ ਬਚਨ ਪੜ੍ਹ ਲਓ ਇੱਕ ਵਾਰੀ ਸਾਹ ਰਲ ਕੇ, ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਜਿਤ ਸਤਿਗੁਰ ਕਾ ਮਨ ਮੰਨੇ, ਜਿਤ ਸਤਿਗੁਰ ਕਾ ਮਨ ਮੰਨੇ, ਜਿਤ ਪਿਆਰਿਓ ਉਹ ਸੇਵਾ ਵੀ ਉਹ ਪ੍ਰਵਾਨ ਹੁੰਦੀ ਹੈ ਜਿਹੜੀ ਸੇਵਾ ਨੂੰ ਵੇਖ ਕੇ ਗੁਰੂ ਦਾ ਮਨ ਰਿੱਝ ਜਾਏ, ਗੁਰੂ ਦਾ ਮਨ ਮੰਨ ਜਾਏ। ਇਸ ਕਰਕੇ ਆਓ ਗੁਰੂ ਕਿਰਪਾ ਕਰੇ ਅੱਜ ਦੇ ਪਾਵਨ ਸ਼ਬਦ ਵਿੱਚੋਂ ਆਪਾਂ ਇਹੀ ਸਮਝਣ ਦਾ ਯਤਨ ਕੀਤਾ ਕਿ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ, ਸਿਮਰਨ ਕਰਨਾ ਹੈ, ਉਹਦੇ ਗੁਣ ਗਾਉਣੇ ਨੇ। ਗੁਣ ਗਾਇਆ ਹੀ ਸਾਨੂੰ ਉਹ ਅਵਸਥਾ ਪ੍ਰਾਪਤ ਹੋ ਸਕਦੀ ਹੈ ਜਿਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਸੀ, ਮੰਨੇ ਕੀ ਗਤ ਕਹੀ ਨਾ ਜਾਏ। ਤੇ ਸਿਮਰਨ ਕਰਦਿਆਂ ਕਦੇ ਆਪਣੇ ਅੰਦਰ ਨਰਕ ਦਾ ਡਰ ਤੇ ਸਵਰਗ ਦਾ ਲਾਲਚ ਅਸੀਂ ਨਹੀਂ ਰੱਖਣਾ। ਇਸ ਕਰਕੇ ਆਓ ਬਿਨਾਂ ਕਿਸੇ ਲਾਲਚ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰੀਏ, ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਕੀ ਸੰਗਤ ਅਤੇ ਗੁਰੂ ਜੀ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ